देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨਦੀਪ ਸਿੰਘ ਚੰਡ। ਪੰਜਾਬ ਦੇ ਵਿੱਚ ਨਾਜਾਇਜ਼ ਕਲੋਨੀਆਂ ਨੂੰ ਲੈ ਕੇ ਵਰਿਆਂ ਤੋਂ ਨਹੀਂ ਬਲਕਿ ਕਈ ਦਹਾਕਿਆਂ ਤੋਂ ਇਹ ਮੁੱਦਾ ਜਿਹੜਾ ਹੈ ਗਰਮਾਹਟ ਫੜਦਾ ਜਾ ਰਿਹਾ ਹੈ। ਬਹੁਤ ਸਾਰੇ NRI ਭੈਣ ਭਰਾ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਕੁਝ ਆਸ ਦੇ ਲਈ ਗਏ ਸੀਗੇ ਕਿ ਕੰਮਕਾਜ ਕਰਨਗੇ ਔਰ ਜ਼ਮੀਨ ਦੇ ਨਾਲ ਹੋਰ ਜ਼ਮੀਨ ਜੋੜਨਗੇ ਔਰ ਉੱਥੋਂ ਜਿਹੜਾ ਵਿਦੇਸ਼ੀ ਧਰਤੀ ਤੋਂ ਵਾਪਸ ਆ ਜਾਣਗੇ। ਪਰ ਬਹੁਤ ਸਾਰੇ NRI ਵੀਰ ਭੈਣ ਭਰਾ ਨੇ ਜਿਨ੍ਹਾਂ ਨੂੰ ਆਪਣਿਆਂ ਨੇ ਧੋਖਾ ਦੇ ਦਿੱਤਾ। ਬਹੁਤ ਸਾਰੀਆਂ ਜ਼ਮੀਨਾਂ NRI ਦੀਆਂ ਉਹਨਾਂ ਦੇ ਆਪਣੇ ਲੋਕ ਹੀ ਦੱਬ ਕੇ ਬਹਿ ਗਏ। ਅੱਜ ਇਸ ਚੀਜ਼ ਦਾ ਅਸੀਂ ਖੁਲਾਸਾ ਕਰਨ ਜਾ ਰਹੇ ਹਾਂ ਕਿਉਂਕਿ ਇਸ ਵੇਲੇ ਅਸੀਂ ਜਲੰਧਰ ਦੀ ਇੱਕ ਰਿਪਿਊਟਿਡ ਕਲੋਨੀ ਦੇ ਵਿੱਚ ਖੜੇ ਹਾਂ ਔਰ ਕਲੋਨੀ ਦੇ ਵਿੱਚ ਖੜ ਕੇ ਇਸ ਚੀਜ਼ ਦਾ ਅੱਜ ਤੁਹਾਨੂੰ ਖੁਲਾਸਾ ਕਰਾਂਗੇ ਕਿ ਕਿਸ ਤਰ੍ਹਾਂ NRI ਦੀ ਜ਼ਮੀਨ ਦੱਬ ਕੇ ਜਿਹੜੀ ਹੈ ਕਲੋਨੀ ਤਿਆਰ ਕੀਤੀ ਗਈ ਹੈ। ਔਰ ਖੁਲਾਸਾ ਕਰਨ ਦੇ ਲਈ ਇਸ ਵੇਲੇ ਮੇਰੇ ਨਾਲ ਜਲੰਧਰ ਦੀ ਵੱਡੀ ਸ਼ਖਸੀਅਤ ਰਾਜੇਸ਼ ਅਗਰਵਾਲ ਮੌਜੂਦ ਨੇ। ਰਾਜੇਸ਼ ਅਗਰਵਾਲ ਨਾਮੀ ਸ਼ਖਸੀਅਤ ਨੇ ਕਿਉਂ ਇਹਨਾਂ ਦੇ ਵੱਲੋਂ ਐਡਾ ਵੱਡਾ ਖੁਲਾਸਾ ਕੀਤਾ ਜਾ ਰਿਹਾ ਹੈ, ਕਿਉਂ NRI ਭੈਣ ਭਰਾਵਾਂ ਦੇ ਨਾਲ ਖੜਨ ਦੀ ਇਹਨਾਂ ਦੇ ਵੱਲੋਂ ਜਿੱਦ ਫੜੀ ਗਈ ਹੈ ਕਿ NRI ਜਿਨ੍ਹਾਂ ਦੀਆਂ ਜ਼ਮੀਨਾਂ ਦੱਬੀਆਂ ਗਈਆਂ ਨੇ ਉਹਨਾਂ ਨੂੰ ਇਨਸਾਫ ਦਿਵਾਉਣਾ ਹੈ। ਗੱਲਬਾਤ ਕਰਾਂਗੇ ਕਿ ਕੀ ਕਾਰਨ ਨੇ ਕਿ ਅੱਜ ਉਹ ਕੈਮਰੇ ਸਾਹਮਣੇ ਆ ਕੇ NRI ਦੀਆਂ ਜਿਹੜੀਆਂ ਜ਼ਮੀਨਾਂ ਨੇ, ਜਿਹੜੇ ਲੋਕ ਸਾਡੇ ਭੈਣ ਭਰਾ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ, ਉਹਨਾਂ ਨੂੰ ਨਿਆਂ ਦੇਣ ਦੇ ਲਈ, ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਕੈਮਰੇ ਸਾਹਮਣੇ ਆਏ ਨੇ। ਅਗਰਵਾਲ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸਿਓ ਕਿ ਤੁਹਾਡੇ ਹੱਥ ਦੇ ਵਿੱਚ ਬਹੁਤ ਸਾਰੀਆਂ ਕਾਗਜ਼ ਪੱਤਰ ਨੇ, ਇਹ ਕਾਗਜ਼ ਪੱਤਰ ਕਿਸ ਚੀਜ਼ ਦੇ ਨੇ ਔਰ ਅੱਜ ਤੁਸੀਂ ਵੱਡਾ ਖੁਲਾਸਾ ਕਰਨ ਜਾ ਰਹੇ ਹੋ, ਖੁਲਾਸਾ ਕਿਸ ਚੀਜ਼ ਦਾ ਹੈ? ਮੈਂ ਰਾਜੇਸ਼ ਅਗਰਵਾਲ ਹਾਂ ਜੀ, ਅਰਬਨ ਸਟੇਟ ਫੇਜ਼ 1 ਤੋਂ। ਮੇਰੇ ਵੀ ਸਾਰਾ ਪਰਿਵਾਰ ਜਿਹੜਾ NRI ਹੈ ਅਮਰੀਕਾ 'ਚ ਵਸਿਆ ਹੋਇਆ ਤੇ ਇਹ ਜਿਹੜਾ ਮੈਂ ਜਿਸ ਜਗ੍ਹਾ ਤੇ ਖੜਾ ਹੈਗਾ ਇਹ ਮੇਰੇ ਦੋਸਤ ਨੇ, ਫੈਮਿਲੀ ਫਰੈਂਡਸ ਨੇ, ਜਿਨ੍ਹਾਂ ਦਾ ਨਾਮ ਹੈਗਾ ਤਰਲੋਕ ਸਿੰਘ ਟੁੱਟ ਤੇ ਨਾਲ ਉਹਨਾਂ ਦੇ ਹੈਗੇ ਸੰਤੋਖ ਸਿੰਘ ਟੁੱਟ ਤੇ ਨਾਲ ਉਹਨਾਂ ਦੀ ਇੱਕ ਹੋਰ ਪਰਮਜੀਤ ਕੌਰ ਟੁੱਟ। ਇਹਨਾਂ ਨੇ ਉਹਨਾਂ ਨੇ ਮੈਨੂੰ ਪਾਵਰ ਆਫ ਅਟਾਰਨੀ ਭੇਜੀ ਹੈ ਕੈਨੇਡਾ ਤੋਂ। ਅਟਾਰਨੀ ਹੈ ਜੀ, ਇਹ ਉਹਨਾਂ ਦਾ ਦੇਖੋ, ਉਹਨਾਂ ਦਾ ਪਾਸਪੋਰਟ ਨਾਲ ਲੱਗਾ ਹੋਇਆ, ਟੁੱਟ ਸਾਹਿਬ ਦਾ ਪਾਸਪੋਰਟ ਹੈ। ਇਹ ਦੂਸਰੇ ਜੀ ਸੰਤੋਖ ਸਿੰਘ ਜੀ, ਇਹ ਉਹਨਾਂ ਦੀ ਹੈ ਅਟਾਰਨੀ। ਇਹ ਸਾਰੇ NRI ਵੀਰ ਨੇ, ਕੈਨੇਡਾ ਦੇ ਵਿੱਚ ਬਸੇ ਹੋਏ ਨੇ। ਕੋਵਿਡ ਕਰਕੇ ਉਹ ਇੱਥੇ ਇੰਡੀਆ 'ਚ ਆ ਨਹੀਂ ਸਕੇ ਤੇ ਪਿੱਛੋਂ ਉਹਨਾਂ ਨਾਲ ਕੀ ਹੋ ਰਿਹਾ ਉਹ ਮੈਂ ਤੁਹਾਨੂੰ ਸਾਰਾ ਬਿਆਨ ਕਰਨ ਜਾਣਾ। ਉਹਨਾਂ ਦਾ ਪਾਸਪੋਰਟ ਹੈ, ਇਹ ਵੈਲਿਡ ਅਟਾਰਨੀ ਆਈ ਹੈ ਜੀ ਮੈਨੂੰ ਕਿ ਸਾਨੂੰ ਬਚਾ ਲਾ, ਸਾਡਾ ਅਸੀਂ ਬਰਬਾਦ ਹੋ ਗਏ ਹਾਂ। ਸਾਨੂੰ ਰਕੇਸ਼ ਕੁਮਾਰ ਪੱਪੀ ਔਰ ਉਹਦੇ ਮੁੰਡੇ ਨੇ ਜਿਹੜਾ ਹੈਗਾ ਕਰਨ ਗੁਪਤਾ, ਉਹਨਾਂ ਨੇ ਸਾਡੇ ਨਾਲ ਬਹੁਤ ਬੜਾ ਧੱਕਾ ਕਰਤਾ ਹੈਗਾ। ਅੱਜ ਦੇਖੋ, ਇਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ, ਇਹ 4 ਕਨਾਲ ਦੀ ਰਜਿਸਟਰੀ, 4 ਕਨਾਲ ਦੀ ਰਜਿਸਟਰੀ ਜਿਹੜੀ ਕਿ ਇਹ ਟੁੱਟ ਭਰਾਵਾਂ ਨੇ ਸਨ 2019 ਦੇ ਵਿੱਚ 19/3/2019 ਨੂੰ ਇਹ ਰਜਿਸਟਰੀ ਇਹਨਾਂ ਨੂੰ ਕਰਾ ਕੇ ਦਿੱਤੀ ਸੀ 4 ਕਨਾਲ ਦੀ, ਔਰ ਉਹ ਸਭ ਤੋਂ ਪਿੱਛੇ ਕਰਾ ਕੇ ਦਿੱਤੀ ਸੀ, ਸਭ ਤੋਂ ਪਿਛਲੀ ਜ਼ਮੀਨ ਦੀ। ਉਹਦਾ ਨਕਸ਼ਾ ਹੈਗਾ ਜ਼ਮੀਨ ਦਾ, ਦੇਖੋ ਤੁਸੀਂ, ਇਹ ਨਕਸ਼ਾ ਹੈਗਾ ਜ਼ਮੀਨ ਦਾ, ਠੀਕ ਹੈ ਜੀ। ਸਭ ਤੋਂ ਪਿਛਲਾ ਏਰੀਆ ਇਹਨਾਂ ਨੂੰ ਦਿੱਤਾ ਗਿਆ, ਇਹਨਾਂ ਨੇ ਪੈਸੇ ਨਹੀਂ ਦਿੱਤੇ। ਪਰ ਇਹ ਜਿੱਥੇ ਆਪਾਂ ਖੜੇ ਆ ਇਹ ਤਾਂ ਕਲੋਨੀ ਕਾਫੀ ਏਕੜਾਂ ਦੇ ਵਿੱਚ ਲੱਗਦੀ, ਕਿੱਲਿਆਂ ਦੇ ਵਿੱਚ ਲੱਗਦੀ ਜੀ। 7 ਏਕੜ ਦੇ ਕਰੀਬ ਇਹਨਾਂ ਦੀ ਜ਼ਮੀਨ ਹੈਗੀ ਹੈ। ਤੁਸੀਂ 4 ਕਨਾਲ ਦਾ ਜ਼ਿਕਰ ਕਰ ਰਹੇ ਹੋ, ਮੈਂ ਤਾਂ 4 ਕਨਾਲ ਇਸ ਕਰਕੇ ਕਹਿ ਰਿਹਾ, ਦਿੱਤੀ ਸੀ 4 ਕਨਾਲ ਦੀ ਰਜਿਸਟਰੀ, ਬਟ ਇਹਨਾਂ ਨੇ ਇਹ ਜਿਹੜੇ ਕਰਿੰਦੇ ਆ ਜ਼ਮੀਨ ਦੇ, ਮਾਫੀਆ ਜ਼ਮੀਨ ਦਾ, ਰਕੇਸ਼ ਕੁਮਾਰ ਅਗਰਵਾਲ ਪੱਪੀ ਉਰਫ ਭੀਮਜੀ ਪੈਲਸ ਵਾਲਾ ਜਿਹੜਾ ਮਾਲਕ ਸੀਗਾ, ਉਹਦਾ ਮੁੰਡਾ ਕਰਨ ਗੁਪਤਾ, ਉਹਨਾਂ ਨੇ ਤੇ ਉਹਨਾਂ ਦੇ ਪੂਰੇ ਕਰਿੰਦਿਆਂ ਨੇ ਮਿਲ ਕੇ ਉਸ ਜੱਟਾਂ ਦੀ, NRI ਭਰਾਵਾਂ ਦੀ, ਜਿਹੜੇ ਕਿਸੇ ਆਸ ਤੇ ਗਏ ਸੀ ਕੈਨੇਡਾ ਨੂੰ, ਬਾਹਰਲੇ ਮੁਲਕਾਂ 'ਚ ਕਿ ਅਸੀਂ ਆਵਾਂਗੇ ਆਪਣੀ ਜ਼ਮੀਨ ਨਾਲ ਹੋਰ ਜ਼ਮੀਨ ਜੋੜਾਂਗੇ, ਉਹਨਾਂ ਨੇ ਤਾਂ ਵੇਚੀ ਸੀ ਕਿ ਮੁੰਡੇ ਸੈੱਟ ਕਰਨੇ ਆ, ਆਪਾਂ ਜ਼ਮੀਨ ਹੋਰ ਲੈ ਲਾਂਗੇ, ਇੱਥੋਂ ਪੈਸਾ ਆ ਜਾਊਗਾ ਆਪਾਂ ਨੂੰ। ਕਰੋੜਾਂ ਰੁਪਏ ਦੀ ਉਹਨਾਂ ਨੇ ਜ਼ਮੀਨ ਵੇਚੀ
ਉਹਨਾਂ ਨੂੰ ਨਹੀਂ ਪਤਾ ਸੀ ਉਹ ਠੱਗੇ ਜਾ ਰਹੇ ਹੈ ਕਿ ਇਹ ਬੰਦਿਆਂ ਨੇ ਇੱਥੇ 40-40 ਲੱਖ ਰੁਪਏ ਦੀ ਦੁਕਾਨ ਵੇਚੀ ਹੈ, ਪੂਰਾ 7 ਏਕੜ ਹੀ ਵੇਚਤਾ। ਇਹੀ ਨਹੀਂ, ਹੋਰ ਬੰਦੇ ਹੈ। ਹੁਣ ਤੁਸੀਂ ਇਹ ਕਹਿਣਾ ਮੈਨੂੰ ਕਿ ਰਜਿਸਟਰੀ ਕਿੱਦਾਂ ਹੋ ਗਈ, 4 ਕਨਾਲ ਸੀਗੇ। ਉਹ ਰਜਿਸਟਰੀ ਇਦਾਂ ਹੋ ਗਈ ਭਾਜੀ, ਜਿਹੜਾ ਰਜਿਸਟਰੀ ਲਿਖਣ ਵਾਲਾ, ਜਿਹੜਾ ਰਜਿਸਟਰੀ ਕਰਨ ਵਾਲਾ, ਠੀਕ ਹੈ ਜੀ, ਜਿਹੜਾ ਕਰਵਾਉਣ ਵਾਲਾ, ਉਹਨੇ ਨੰਬਰ ਪਾਤੇ 2 ਕਿਲੋਮੀਟਰ ਦੂਰ ਦੇ। ਇੱਕ ਮਦਨ ਕੁਮਾਰ ਜੱਟ ਹੈ, ਮਦਨ ਸਿੰਘ, ਉਹਦੀ ਜ਼ਮੀਨ ਦੇ ਨੰਬਰ ਪਾ ਕੇ ਸੜਕਾਂ ਤੇ ਬਚੇ ਹੋਏ, ਉਹਦੀ 27 ਏਕੜ ਜ਼ਮੀਨ ਇਹਨਾਂ ਨੇ ਖਰੀਦੀ ਸੀ, ਉਹ ਕੱਟੀ ਕਲੋਨੀ। ਉਹਦੇ ਜਿਹੜੇ ਸੜਕਾਂ ਦੇ ਨੰਬਰ ਬਚਦੇ ਸੀ, ਹੋਰ ਪਾਸਿਓਂ ਬਚਦੇ ਸੀ, ਉਹ ਨੰਬਰ ਸਾਰੇ ਪਾ ਕੇ ਇਹਨਾਂ ਨੇ ਇੱਥੇ ਲੋਕਾਂ ਨੂੰ, ਜਿਹੜੇ ਲੋਕੀ ਰੱਬ ਨੂੰ ਧਿਆ ਕੇ, ਵਾਹਿਗੁਰੂ ਨੂੰ ਧਿਆ ਕੇ, ਉਹਨਾਂ ਨੇ ਛੋਟੇ-ਛੋਟੇ ਪਲਾਟ ਇਹਨਾਂ ਕੋਲ ਲਿੱਤੇ। ਇਹਨਾਂ ਦੇ ਵਿਸ਼ਵਾਸ ਤੇ ਇਹਨਾਂ ਨੇ ਵਿਸ਼ਵਾਸਘਾਤ ਕੀਤਾ ਪਬਲਿਕ ਦਾ, ਇਹਨਾਂ ਨੇ ਵਿਸ਼ਵਾਸਘਾਤ ਕੀਤਾ ਉਹਨਾਂ NRI ਭਰਾਵਾਂ ਦਾ, ਇਹਨਾਂ ਨੇ ਵਿਸ਼ਵਾਸਘਾਤ ਕੀਤਾ ਹਰ ਬੰਦੇ ਦਾ। ਉਹਨਾਂ ਨੇ ਇਹਨਾਂ ਕੋਲ ਪਲਾਟ ਲਿੱਤੇ, ਕਰੋੜੋਂ ਰੁਪਈਆ ਇਹਨਾਂ ਨੂੰ ਦਿੱਤਾ। ਇਹਨਾਂ ਨੇ ਜਿਨ੍ਹਾਂ ਨਾਲ ਪੈਸੇ ਵੀ ਐਡਜਸਟ ਕਰਨੇ ਸੀ, ਇੱਕ ਸੁਰਿੰਦਰ ਅਗਰਵਾਲ ਜੀ ਹੈ, 12 ਚ ਰਹਿੰਦੇ ਹੈ। ਅਗਰਵਾਲ ਜੀ, ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ 4 ਜਿਹੜਾ ਹੈ 4 ਤੁਸੀਂ ਕਨਾਲ ਕਹਿ ਰਹੇ ਹੋ ਕਿ 4 ਕਨਾਲ ਜ਼ਮੀਨ, 80 ਮਰਲੇ, ਹਾਂ, NRI ਭਰਾਵਾਂ ਨੇ ਇਹਨਾਂ ਨੂੰ ਵੇਚੀ, ਪਰ ਇਹ 7 ਕਿੱਲਿਆਂ ਦੀ ਕਿਸ ਤਰ੍ਹਾਂ ਰਜਿਸਟਰੀ ਕਰਵਾ ਕੇ? ਬਸ ਇਹਨਾਂ ਨੇ, ਉਹ ਹੈ ਨਹੀਂ, ਦੂਜਿਆਂ ਦੇ ਨੰਬਰ ਪਾ ਕੇ ਕੱਟਤੇ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਵੀਡੀਓ ਬਣਵਾਈਆਂ, ਸਾਰੀਆਂ ਵੀਡੀਓ ਗਈਆਂ। ਫਿਰ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ, ਟੁੱਟ ਬ੍ਰਦਰਸ ਨੇ। ਉਹ ਕਹਿੰਦੇ ਮਹਾਰਾਜ ਵੀ ਸਾਡੇ ਨਾਲ ਧੋਖਾ ਹੋ ਗਿਆ, ਤੁਸੀਂ ਸਾਡਾ ਇਹਨੂੰ ਸੰਭਾਲੋ। ਅਸੀਂ ਇਹਨੂੰ ਸੰਭਾਲਿਆ। ਅਸੀਂ ਬੜੀ ਵਾਰੀ ਕੰਪਲੇਂਟਾਂ ਕੀਤੀਆਂ, ਬੜੀ ਵਾਰੀ ਅਖਬਾਰਾਂ 'ਚ ਆਇਆ। ਇਸ ਇਲਾਕੇ 'ਚ ਤੁਸੀਂ ਦੇਖਦੇ ਹੋ ਕਿ ਜਿਹੜੀ ਕਮੇਟੀ ਹੈ ਆਪਣੀ ਕਾਰਪੋਰੇਸ਼ਨ ਦੀ, ਉਹਨਾਂ ਨੇ ਵੀ, ਨਿੰਮੇ ਉਹਨਾਂ ਨੇ, ਜਿਹੜੀ ਕੰਸਟਰਕਸ਼ਨ ਕਮੇਟੀ, ਉਹਨਾਂ ਨੇ ਬੜੀ ਵਾਰੀ ਇਲਜ਼ਾਮ ਲਾਇਆ। ਬਟ ਕੁਝ ਅਫਸਰ ਔਰ ਕੁਝ ਪੋਲੀਟੀਸ਼ੀਅਨ ਇਹਨਾਂ ਨੂੰ ਬਚਾਉਂਦੇ ਆ ਰਹੇ ਹੈ। 18 ਕਲੋਨੀਆਂ ਇਸ ਇਲਾਕੇ 'ਚ ਚੱਲ ਰਹੀਆਂ, ਬਟ ਇਹਨਾਂ ਨੂੰ ਫੜਨ ਵਾਲਾ ਕੋਈ ਨਹੀਂ। ਆਹ ਦੇਖੋ, ਆਹ ਰਜਿਸਟਰੀਆਂ, ਮੈਂ ਤੁਹਾਡੇ ਕੋਲ 100 ਰਜਿਸਟਰੀ ਹੈ, ਇਹਦੀ ਲਿਸਟ ਹੈ। ਇਹ ਇਸੇ ਜਗ੍ਹਾ ਦੀਆਂ ਰਜਿਸਟਰੀਆਂ ਵੀ ਤੁਹਾਨੂੰ ਦਿੱਤੇ ਤਾਂ 80 ਮਰਲੇ, ਤੁਸੀਂ ਵੇਚਤਾ 1000 ਮਰਲਾ, ਠੀਕ ਹੈ। ਤੁਸੀਂ ਫੇਰ ਰੋ ਰਹੇ ਹੋ, ਪਿੱਟ ਰਹੇ ਹੋ, ਆਪਣੀਆਂ ਐਸ਼ ਪ੍ਰਸਤੀਆਂ ਕਰ ਰਹੇ ਹੋ, 4-4 ਏਕੜਾਂ ਦੇ ਘਰ 'ਚ ਰਹਿੰਦੇ ਹੋ, ਆਲੀਸ਼ਾਨ ਬੰਗਲਿਆਂ 'ਚ, ਬਾਹਰ ਨਿਕਲਦੇ ਨਹੀਂ, ਲੋਕਾਂ ਨੂੰ ਚੂਨਾ ਲਗਾ ਰਹੇ ਹੋ। ਮੈਨੂੰ ਵੀ ਇਹਨਾਂ ਬੰਦਿਆਂ ਨੇ ਮੈਂਟਲੀ ਔਰ ਮੈਨੂੰ ਇਹਨਾਂ ਨੇ ਫਾਈਨੈਂਸ਼ੀਅਲੀ ਔਰ ਮੈਨੂੰ ਇਹਨਾਂ ਨੇ ਬਹੁਤ ਟੌਰਚਰ ਕੀਤਾ ਪਿਛਲੇ ਕਈ ਸਾਲਾਂ ਤੋਂ। ਮੈਂ ਇਹਨਾਂ ਦੀ ਬੜੀ ਸੇਵਾ ਕੀਤੀ। ਮੇਰੇ ਰਿਸ਼ਤੇਦਾਰ ਨੇ, ਮੇਰੀ ਭਤੀਜੀ ਮੈਰਿਡ ਹੈ ਇਹਦੇ ਨਾਲ, ਲੇਕਿਨ ਇਹਨਾਂ ਨੇ ਮੇਰੇ ਕੋਲੋਂ ਮੰਗਦੇ ਸੀ ਜ਼ਹਿਰ ਖਾਣਾ, ਸਾਨੂੰ ਜ਼ਹਿਰ ਲਿਆ ਦੇ, ਅਸੀਂ ਮਰ ਜਾਣਾ। ਮੈਂ ਰੋਜ਼ ਸਨ 14 ਦੇ ਵਿੱਚ ਇਹਨਾਂ ਕੋਲ ਆਂਦਾ ਕਿ ਨਹੀਂ ਕਾਕੇ, ਆਪਾਂ ਦੋਸਤ ਹੈ, ਆਪਾਂ ਨਹੀਂ ਮਰਨਾ। ਇਹਨਾਂ ਦੇ ਘਰ ਮੈਂ ਟਾਇਲਟ ਦੀਆਂ ਸੀਟਾਂ ਵੀ ਨਹੀਂ ਸੀ, ਉਹ ਵੀ ਲਵਾਈਆਂ। ਇਹਨਾਂ ਦੇ ਘਰ AC ਵੀ ਨਹੀਂ ਸੀ, ਉਹ ਵੀ ਲਵਾਇਆ। ਚਾਹੇ 4 ਏਕੜ ਦਾ ਘਰ ਹੈ, ਬਟ ਇਹਨਾਂ ਬੰਦਿਆਂ ਨੂੰ ਕੋਈ ਸ਼ਰਮ ਹਜਾ ਹੈ ਨਹੀਂ। ਇਹਨਾਂ ਨੇ ਗੱਲਬਾਤ ਹੀ ਕਰਨੀ ਬੰਦ ਕਰਤੀ। ਆ ਟੁੱਟ ਭਰਾ ਸੀ ਵੀ ਅਮਰੀਕਾ ਛੁੰਨੇ, ਉਹ ਆਉਂਦੇ ਜਾਂਦੇ ਆ ਸਾਡੇ ਕੋਲ। ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਸਾਨੂੰ ਬਚਾ ਲਓ, ਸਾਡਾ ਪਰਿਵਾਰ ਰੋਲਤਾ ਇਹਨੇ। ਇਹਨਾਂ ਨੂੰ ਨਾ ਰਸਤਾ ਨਾ ਕੁਛ, 4 ਕਨਾਲ ਉਹ ਪਿੱਛੇ ਹੈ, ਪਰ ਇਹਨਾਂ ਨੇ ਸਾਰੀ ਦੀ ਸਾਰੀ ਜ਼ਮੀਨ, ਜਿਹੜੀ, ਮੈਂ ਸੌਰੀ ਮੇਰੇ ਕੋਲ ਗਾਲ ਨਿਕਲ ਗਈ, ਉਹਨਾਂ ਬੰਦਿਆਂ ਨਾਲ ਇਹਨਾਂ ਨੇ ਧੋਖਾ ਕੀਤਾ। ਸਾਰੀ ਜ਼ਮੀਨ ਇਹਨਾਂ ਨੇ ਉਹਨਾਂ ਦੀ ਵੇਚਤੀ ਹੈ। ਹਲੇ ਵੀ ਨਹੀਂ ਮੰਨਦੇ। ਇਹ ਇੱਕੋ ਹੀ ਜੱਟ ਨਹੀਂ ਹੈ, ਹੋਰ ਤੁਹਾਨੂੰ ਮੈਂ ਖੁਲਾਸਾ ਕਰੂੰਗਾ, ਹੋਰ ਅਗਲੇ ਜੱਟ ਦਿਖਾਊਂਗਾ ਜਿਹੜੇ ਬਾਹਰ ਬੈਠੇ ਆ ਕੈਨੇਡਾ, ਲੰਡਨ ਦੇ ਵਿੱਚ, ਉਹਨਾਂ ਦੀਆਂ ਵੀ ਜ਼ਮੀਨਾਂ ਵੇਚਤੀਆਂ। ਮੈਂ ਪ੍ਰਸ਼ਾਸਨ ਨੂੰ ਕਹੂੰਗਾ ਕਿ ਜਿਹਨੇ ਰਜਿਸਟਰੀ ਲਿਖੀ, ਜਿਹਨੇ ਅੱਗੇ ਕੀਤੀ, ਤਹਿਸੀਲਦਾਰ ਬਿਨਾਂ NOC ਤੋਂ, ਸਰਕਾਰੀ, ਮੈਂ ਉਹ ਉਧਰ ਹੀ ਆ ਰਿਹਾ ਸੀਗਾ ਕਿ ਸਰਕਾਰੀ ਬੰਦੇ ਵੀ ਤਾਂ ਕਿਤੇ ਨਾ ਕਿਤੇ ਵਿੱਚ ਇਨਵੋਲਵ ਹੋਣਗੇ ਨਾ। ਇਨਵੋਲਵ ਹੈ ਜੀ, ਕਿਉਂਕਿ NOC ਤੋਂ ਬਿਨਾਂ ਰਜਿਸਟਰੀ ਨਹੀਂ ਹੋ ਸਕਦੀ। ਉਹ ਰਜਿਸਟਰੀਆਂ ਇਹ 200-400 500 ਰਜਿਸਟਰੀਆਂ ਕਿੱਦਾਂ ਹੋ ਗਈਆਂ? ਮੈਂ ਤੁਹਾਨੂੰ ਹੁਣ ਇਹਨਾਂ ਦੀ ਸਾਰੀ ਜਗ੍ਹਾ ਤੇ ਲੈ ਕੇ ਜਾਊਂਗਾ। ਸਕਾਈਲਾਈਨ GT ਰੋਡ ਤੇ ਇੱਕ ਬੋਰਡ ਲਾਇਆ ਹੋਇਆ ਕਾਰਪੋਰੇਸ਼ਨ ਦਾ ਜੀ, ਅਸੀਂ ਪਾਸ ਕਰਾ ਲਈ। ਉਹਦੇ ਪਿੱਛੇ 15 ਏਕੜ ਅਨਆਥੋਰਾਈਜ਼ ਚੱਲ ਰਹੇ ਹੈ, ਠੀਕ ਹੈ। ਉਹ ਵੇਚ ਰਹੇ ਹੈ, ਲੋਕਾਂ ਨਾਲ ਐਡਜਸਟਮੈਂਟਾਂ ਕਰ ਰਹੇ ਹੈ ਕਿ ਤੇਰਾ 1.25 ਕਰੋੜ ਦੇਣਾ, ਲਿਆ 75 ਲੱਖ ਹੱਥੋਂ, ਤੇ ਅਸੀਂ 2 ਕਰੋੜ ਹੋ ਗਿਆ, ਆ ਤੈਨੂੰ ਦੇਤਾ ਸੀ 4 ਲੱਖ ਰੁਪਏ ਮਰਲੇ ਨੂੰ ਪਲਾਟ। ਜਗ੍ਹਾ ਦੀ ਕੀਮਤ ਉੱਥੇ ਹੈਗੀ ਹੈ ਲੱਖ ਰੁਪਈਆ, ਪਰ 4 ਲੱਖ 'ਚ ਅਗਲਾ ਕਹਿੰਦਾ ਇਹਨੇ ਸਾਲੇ ਨੇ ਮਰਮਰਾ ਜਾਣਾ, ਠੀਕ ਹੈ। ਜਿੱਦਾਂ ਮੈਨੂੰ ਹੀ ਹੈ, ਮੈਂ ਪੈਸੇ ਲੈਣੇ ਇਹਨਾਂ ਕੋਲੋਂ, ਉਹ ਮੈਂ ਖੁਲਾਸਾ ਕਰੂੰਗਾ। ਮੈਨੂੰ ਇਹ ਇੰਨਾ ਮੋਰਾਲ ਇਹਨਾਂ ਨੇ ਮੇਰਾ ਡਾਊਨ ਕਰਤਾ ਫਾਈਨੈਂਸ਼ੀਅਲੀ, ਔਰ ਮੈਨੂੰ ਟੌਰਚਰ ਕਰਕੇ ਮੈਨੂੰ ਕਹਿੰਦੇ ਆ ਜਾਂ ਤਾਂ ਤੈਨੂੰ ਮਾਰ ਦੇਣਾ ਜਾਂ ਤੇਰਾ ਨਾਮ ਲੈ ਕੇ ਅਸੀਂ ਮਰ ਜਾਣਾ। ਤੇਰਾ ਅਗਰਵਾਲ ਜੀ, ਇਹੀ ਹੈ ਕਿ ਪੰਜਾਬ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਤੁਸੀਂ ਅੱਜ ਆਵਾਜ਼ ਬੁਲੰਦ ਕਰ ਰਹੇ ਹੋ, ਪਰ ਲੈਂਡ ਮਾਫੀਆ ਇੰਨਾ ਕੁ ਸਰਗਰਮ ਹੈ ਕਿ ਜੇ ਕੋਈ ਆਵਾਜ਼ ਬੁਲੰਦ ਕਰਦਾ ਹੈ ਤਾਂ ਉਹਦੀ ਆਵਾਜ਼ ਨੂੰ ਦਬਾ ਲਿਆ ਜਾਂਦਾ ਹੈ, ਜਾਂ ਤਾਂ ਡਰਾਇਆ ਧਮਕਾਇਆ ਜਾਂਦਾ ਹੈ, ਜਾਂ ਫਿਰ ਉਹਨੂੰ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਵੀ ਦੁਨੀਆ ਤੋਂ ਵੀ ਕਈ ਲੋਕ ਇਦਾਂ ਦੇ ਰੁਖਸਤ ਹੋ ਗਏ। ਦੈਨਿਕ ਸਵੇਰਾ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ
ਜਿਨ੍ਹਾਂ ਨੇ ਇਹ ਇਹਦੇ ਵਿੱਚ ਸਾਥ ਦਿੱਤਾ। ਅੱਜ ਅਖਬਾਰ 'ਚ ਵੀ ਖਬਰ ਲੱਗੀ ਹੈ, ਸ਼ਾਇਦ ਸੁੱਤੇ ਹੋਏ ਪ੍ਰਸ਼ਾਸਨ ਨੂੰ ਕੋਈ ਆ ਜਾਵੇ ਹੋਸ਼ ਕਿ ਉਹ ਕਵੇ ਨਹੀਂ ਯਾਰ, ਮੈਂ ਕਹਿੰਦਾ ਉਹਨਾਂ ਨੂੰ ਬਚਾਉਂਦੇ ਸੀ, ਕਲੋਨੀਆਂ ਕੱਟਦਾ 2 ਨੰਬਰ 'ਚ ਕੱਟੀ ਜਾ ਕੱਟੀ ਜਾ ਕੱਟੀ ਜਾ, ਉਹਨੂੰ ਬਚਾ ਲਓ ਜੋ ਬਚਾਣਾ। ਬਟ ਲੋਕਾਂ ਨਾਲ, ਪਬਲਿਕ ਨਾਲ, ਜਿਹੜੀ ਜ਼ਮੀਨ ਹੀ ਆਪਣੇ ਕੋਲ ਹੈ ਨਹੀਂ, ਆਪਾਂ ਉਹਦੀਆਂ ਰਜਿਸਟਰੀਆਂ ਕਰਕੇ ਲੋਕਾਂ ਨੂੰ ਦੇ ਦਿੱਤੀਆਂ। ਉਹ ਲੋਕੀ ਕਿੱਥੇ ਜਾਣਗੇ? ਇੱਥੇ ਬਲਡੋਜ਼ਰ ਚੱਲਣਗੇ, ਇਹ ਖਾਲੀ ਹੋਏਗੀ। ਮੇਰਾ ਜੱਟ ਨਾਲ ਵਾਅਦਾ, ਉਸ ਟੁੱਟ ਭਰਾਵਾਂ ਨਾਲ, ਤੁਹਾਡਾ 1-1 ਇੰਚ ਜ਼ਮੀਨ ਦਾ 80 ਮਰਲੇ ਛੱਡ ਕੇ ਤੁਹਾਨੂੰ ਮੈਂ ਵਾਪਸ ਲੈ ਕੇ ਦਊਂਗਾ। ਦੈਨਿਕ ਸਵੇਰਾ ਦੇ ਨਾਲ ਮਿਲ ਕੇ ਅਸੀਂ ਇਹ ਮੁਹਿੰਮ ਨੂੰ ਚਲਾਇਆ ਹੈਗਾ। ਇਹ ਮੁਹਿੰਮ ਨੂੰ ਠੰਡਾ ਨਹੀਂ ਪੈਣ ਦੇਣਾ। ਮੈਨੂੰ ਆਪਣੀ ਪਰਵਾਹ ਨਹੀਂ, ਮੈਨੂੰ ਚਾਹੇ ਜਿੰਨੀਆਂ ਮਰਜ਼ੀ ਧਮਕੀਆਂ ਦੇਣ, ਮੈਂ ਪਿੱਛੇ ਹਟਣ ਵਾਲਾ ਨਹੀਂ। ਆਪਣਾ ਪੈਸਾ ਬਾਅਦ ਚੋਂ ਲਊਂਗਾ, ਪਹਿਲਾਂ ਮੈਂ ਪੈਸਾ ਜਿਹੜਾ ਹੈਗਾ ਉਹ ਆਪਣੇ ਭਰਾਵਾਂ ਦਾ ਕਢਾਣਾ, ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਜਨਰਲ ਪਾਵਰ ਆਫ ਅਟਾਰਨੀ ਮੈਨੂੰ ਭੇਜੀ ਹੈ ਕਿ ਤੂੰ ਸਾਡਾ ਕੇਸ ਲੜ। ਮੈਂ ਤੁਹਾਨੂੰ, ਤੁਸੀਂ ਇਹ ਕਲੋਨੀ ਦੀ ਫੋਟੋ ਬਣਾਓ, ਇਹਦੇ ਵਿੱਚ ਇੱਕ ਕਰਨਲ ਹੋਰ ਨੇ, ਚਰਨਜੀਤ ਸਿੰਘ, ਇੱਕ ਇਹਦੇ 'ਚ ਪਾਲਾ ਹੈਗਾ, ਉਹਨਾਂ ਨੂੰ ਪੈਸੇ ਦਿੱਤੇ ਨਹੀਂ, ਉਹਨਾਂ ਦੀ ਵੀ ਜ਼ਮੀਨ ਵਿੱਚ ਹੀ ਮਿਲਾ ਕੇ ਕੱਟ ਦਿੱਤੀ। ਉਹ ਬੰਦੇ ਰੋ ਰਹੇ ਹੈ, ਕਈ ਸ਼ਰਾਬੀ ਹੋ ਗਏ। ਲੋਕਾਂ ਨਾਲ ਧੋਖਾ ਹੈਗਾ, ਸਰਾਸਰ ਧੋਖਾ ਇਸ ਇਲਾਕੇ ਦੇ ਲੋਕਾਂ ਦੇ ਨਾਲ, ਇਸ ਪਰਾਗਪੁਰ ਦੇ ਲੋਕਾਂ ਦੇ ਨਾਲ। ਇੱਦਾਂ ਹੀ ਕੰਮ ਬੜਿੰਗ ਦੇ ਵਿੱਚ ਹੈ, ਇੱਦਾਂ ਹੀ ਕੰਮ ਸੋਫੀ ਪਿੰਡ 'ਚ ਹੈ, ਇੱਦਾਂ ਹੀ ਕੰਮ ਰੋਇਲ ਸਟੇਟ 'ਚ ਹੈ। ਰੋਇਲ ਸਟੇਟ ਜਿੱਥੇ ਰਹਿੰਦਾ 4 ਏਕੜ ਦੇ ਘਰ ਦੇ ਵਿੱਚ, ਉਹਦੇ ਨਾਲ ਅੰਦਰ ਵੜਦੇ ਹੀ ਸੱਜੇ ਪਾਸੇ ਇੱਕ IAS ਅਫਸਰ ਦੇ 10 ਕਨਾਲ ਹੈ। CM ਸਿੰਘ ਉਹ ਹੈਗਾ ਦਿੱਲੀ ਦਾ, ਉਹਦੇ ਨੇ ਸਾਰੇ ਪਲਾਟ ਵੇਚਤੇ। ਅਪੈਕਸ ਹਸਪੀਟਲ ਵਾਲਿਆਂ ਨੇ ਉੱਥੇ ਕੋਠੀ ਬਣਾਈ, GNA ਵਾਲਿਆਂ ਨੇ ਉੱਥੇ ਕੋਠੀ ਬਣਾਈ। ਇੱਕ ਹੋਰ ਇੱਥੇ ਸਪਲਾਇਰ ਹੈਗਾ ਮਲਕੀਤ ਸਿੰਘ, ਜਿਹੜਾ ਇਹਦਾ ਫਾਈਨਾਂਸ ਇਹਨੂੰ ਸਪੋਰਟ ਕਰਦਾ ਹੈਗਾ, ਉਹਨੇ ਕਰੋੜੋਂ ਰੁਪਏ ਦੀ ਪ੍ਰਾਪਰਟੀ ਬਣਾਈ ਹੈ, ਕੋਈ ਪੁੱਛਣ ਵਾਲਾ ਨਹੀਂ। ਉਸ ਬੰਦੇ ਨੇ ਕਰੋੜੋਂ ਰੁਪਈਆ ਪੱਪੀ ਕੋਲੋਂ ਬਣਾਇਆ, ਕਿਉਂਕਿ ਉਹਨੂੰ ਪੈਸੇ ਦੇ ਦਿੰਦਾ, ਫਿਰ ਉਹ ਕੋ ਕਹਿੰਦਾ ਲਾ ਜ਼ਮੀਨ ਦੇ ਦੇ ਸਸਤੀ ਮੈਨੂੰ। ਉਹ ਸਸਤੀ ਜ਼ਮੀਨ ਦਿੰਦਾ ਹੈਗਾ ਰਕੇਸ਼ ਅਗਰਵਾਲ, ਜਿਹੜੀ ਜ਼ਮੀਨ ਦਿੰਦਾ ਹੈਗਾ, ਠੀਕ ਹੈ ਜੀ। ਉਹ ਮਲਕੀਤ ਸਿੰਘ ਹੋਣੀ ਇੱਥੇ ਵੀ ਜਿਹੜਾ ਫਰੰਟ ਹੈ ਜੱਟਾਂ ਦਾ, ਇਹਨੇ ਮਲਕੀਤ ਸਿੰਘ ਨੂੰ ਦਿੱਤਾ ਹੋਇਆ, ਠੀਕ ਹੈ ਜੀ। ਸਾਰੀ ਜਿੰਨੀ ਕਲੋਨੀ ਆਪਾਂ ਦਿਖਾ ਰਹੇ ਹਾਂ, ਸਾਰੀ ਅਨਆਥੋਰਾਈਜ਼ਡ ਕਾਲੋਨੀ ਹੈ। ਇਹ ਸਾਰੀ ਕਾਲੋਨੀ ਦੇ ਅੰਦਰ ਉਹਦੇ ਕੋਲ ਕੋਈ ਰਜਿਸਟਰੀ ਨਹੀਂ ਹੈ। ਲੋਕਾਂ ਨੂੰ ਚੂਨਾ ਲਾਤਾ, ਲੋਕਾਂ ਦੀ ਮਿਹਨਤ ਦੀ ਕਮਾਈ ਖਾ ਗਿਆ, ਕੋਈ ਪੁੱਛਣ ਵਾਲਾ ਨਹੀਂ। ਮੈਂ ਕਮਿਸ਼ਨਰ ਸਾਹਿਬ ਨੂੰ, DC ਸਾਹਿਬ ਨੂੰ, ਕਮਿਸ਼ਨਰ ਆਫ ਪੁਲਿਸ ਨੂੰ, ਪੰਜਾਬ ਸਰਕਾਰ ਨੂੰ, ਵਿੰਨੀ ਮਹਾਜਨ ਨੂੰ, ਔਰ ਮੈਂ ਇਹ ਬੁਲੰਦ ਆਵਾਜ਼ ਕਰੂੰਗਾ, ਮੈਂ ਲੈ ਕੇ ਜਾਊਂਗਾ CM ਸਾਹਿਬ ਕੋਲ। ਆਲਰੇਡੀ ਗੱਲ ਹੋਈ ਹੈ। ਮੈਂ ਇਹਨਾਂ ਨੂੰ ਬਖਸ਼ਣਾ ਨਹੀਂ, ਇਹਨਾਂ ਕਰਿੰਦਿਆਂ ਨੂੰ, ਇਹਨਾਂ ਚੋਰਾਂ ਨੂੰ, ਇਹਨਾਂ ਨੇ ਜਿਨ੍ਹਾਂ ਨੇ ਧੋਖੇ ਕੀਤੇ ਹੈ ਦੁਨੀਆ ਨਾਲ, ਮੈਂ ਨਹੀਂ ਬਖਸ਼ਣਾ। ਇਹਨਾਂ ਦੀ ਇੱਕ ਰਜਿਸਟਰੀ ਆ ਦੇਖੋ, ਆ ਰਜਿਸਟਰੀਆਂ 100 ਮੇਰੇ ਕੋਲ, ਇਹ ਤੋਂ ਜ਼ਿਆਦਾ 250, 300, 400 ਰਜਿਸਟਰੀ ਇੱਥੇ ਕਰਾਤੀ। ਦੇਖੋ ਲੋਕਾਂ ਨੇ ਮਿਹਨਤ ਦੀ ਕਮਾਈ ਨਾਲ ਇੱਥੇ ਘਰ ਬਣਾਏ ਹੈ, ਲੇਕਿਨ ਉਹਨਾਂ ਦਾ ਕੀ ਬਣੂਗਾ? ਲੋਕਾਂ ਦਾ ਕਸੂਰ ਤਾਂ ਨਹੀਂ ਹੈ, ਲੋਕਾਂ ਦਾ ਕਸੂਰ ਕੋਈ ਨਹੀਂ। ਕਸੂਰ ਪੱਪੀ ਦਾ, ਭੀਮਜੀ ਪੈਲੇਸ ਵਾਲੇ ਦਾ, ਉਹਦੇ ਮੁੰਡੇ ਦਾ, ਉਹਦੇ ਕਰਿੰਦਿਆਂ ਦਾ, ਔਰ ਉਸ ਪ੍ਰਸ਼ਾਸਨ ਦੇ ਉਹ ਸਾਰੇ ਬੰਦਿਆਂ ਦਾ, ਤਹਿਸੀਲਦਾਰ ਦਾ, ਜਿਹਨੇ ਰਜਿਸਟਰੀ ਕੀਤੀ। ਕੁਛ ਇਨਕੁਆਰੀ ਚੱਲ ਰਹੀ ਉਹਦੀ, ਲੇਕਿਨ ਬਿਨਾਂ NOC ਤੋਂ, ਬਿਨਾਂ ਕਿਸੇ ਗੱਲਬਾਤ ਤੋਂ ਕਿੱਦਾਂ ਰਜਿਸਟਰੀਆਂ ਹੋਈਆਂ? ਕਿੱਦਾਂ ਜੱਟ ਦੀ ਜ਼ਮੀਨ 80 ਮਰਲੇ ਲਿੱਤੀ? ਕਿੱਦਾਂ ਉਹਦੇ 7 ਏਕੜ ਵੇਚਤੇ? ਇੱਕੋ ਹੀ ਜੱਟ ਨਹੀਂ ਹੈ। ਇਦਾਂ ਦੇ ਖੁਲਾਸੇ ਮੈਂ ਹੋਰ ਕਰੂੰਗਾ ਤੁਹਾਨੂੰ। ਮਦਨ ਕਰੋਗੇ। ਹੁਣ ਸਵਾਲ ਇੱਥੇ ਇਹ ਹੈ ਕਿ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜਾ ਲੈਂਡ ਮਾਫੀਆ ਸਰਗਰਮ ਹੈ, ਕਿਤਨਾ ਕਿਤੇ ਇਦਾਂ ਤਾਂ ਨਹੀਂ ਹੈ ਕਿ ਪੱਪੀ ਜੀ ਨੂੰ ਕੁਝ ਸੁਵਿਧਾਵਾਂ ਦੇ ਕੇ, ਕੁਝ ਲਾਲਚ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀ ਜਾਊਗੀ? ਜਾਂ ਤੁਹਾਨੂੰ ਮੈਂ ਕਹਿ ਰਿਹਾ, ਮਾਫ ਕਰਨਾ, ਅਗਰਵਾਲ ਜੀ ਨੂੰ ਕੋਈ ਲਾਲਚ ਦੇ ਕੇ ਤੁਹਾਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਚੁੱਪ ਕਰ ਜਾਓਗੇ? ਕਟਾ ਲਾਂਗੇ, ਲੇਕਿਨ ਆਪਣੇ ਟੁੱਟ ਭਰਾਵਾਂ ਨੂੰ ਔਰ ਦੁਨੀਆ ਨੂੰ, ਜਿੰਨੇ ਵੀ ਬੰਦੇ, ਉਹਨਾਂ ਨੂੰ ਇਨਸਾਫ ਦਿਲਾਵਾਂਗੇ। ਮੈਂ ਲੈਣਾ ਨਹੀਂ ਚਾਹੁੰਦਾ ਸੀ। ਮੈਂ ਮੰਦਿਰ ਦਾ ਪ੍ਰਧਾਨ ਹੈ, ਗੀਤਾ ਮੰਦਿਰ ਅਰਬਨ ਸਟੇਟ ਫੇਜ਼ 1 ਦਾ। ਜਾ ਕੇ ਪੁੱਛੋ ਉਸ ਪੂਰੇ ਇਲਾਕੇ 'ਚ ਕਿ ਰਜੇਸ਼ ਅਗਰਵਾਲ ਨੇ ਉੱਥੇ ਰੱਬ ਦਾ ਦਿੱਤਾ ਹੋਇਆ ਪੈਸਾ, ਕਰੋੜੋਂ ਰੁਪਈਆ ਮੰਦਿਰ ਤੇ ਲਾਇਆ, ਪਲਾਟ ਲੈ ਕੇ ਦਿੱਤੇ। ਮੈਂ ਇਹਨਾਂ ਦੀ ਤਰ੍ਹਾਂ ਚੋਰ ਬਾਜ਼ਾਰੀਆਂ ਨਹੀਂ ਕਰਦਾ। ਮੈਂ ਇਹਨਾਂ ਕੋਲ ਬੜੀ ਵਾਰੀ ਗਿਆ ਕਿ ਹਟ ਜਾਓ, ਦੇ ਦਿਓ ਪੈਸੇ। ਨਹੀਂ, 125 ਕਰੋੜ ਰੁਪਈਆ ਇਹਨਾਂ ਨੇ ਪਿਛਲੇ 5 ਸਾਲਾਂ 'ਚ ਇਕੱਠਾ ਕੀਤਾ। ਤੁਸੀਂ ਦੇਖੋ ਜਗ੍ਹਾ ਜਗ੍ਹਾ ਤੇ ਮਾਫੀਆ ਫੈਲਿਆ ਹੋਇਆ, ਪਰ ਉਹ 125 ਕਰੋੜ ਗਿਆ ਕਿੱਥੇ? ਲੋਟਰੀਆਂ ਖੇਲਣਾ, ਜੂਆ ਖੇਲਣਾ, ਨੰਬਰ ਖੇਲਣਾ, ਚਾਂਦੀ ਸੋਨਾ ਖੇਲਣਾ, ਇਹਨਾਂ ਦਾ ਕੰਮ ਹੈ। ਇਹ ਲੋਕਾਂ ਨਾਲ ਧੋਖਾ ਹੋਇਆ। ਇਹ ਲੋਕਾਂ ਨੂੰ ਹਲੇ ਪਤਾ ਨਹੀਂ, ਜਦ ਇਹਨਾਂ ਦੇ ਬਲਡੋਜ਼ਰ ਫਿਰਨਗੇ, ਇਹ ਆਣਗੇ, ਪੱਪੀ ਦੀ ਜਾਨ ਖਾਣਗੇ। ਹਲੇ ਤੋਂ ਦਰਵਾਜ਼ੇ ਬੰਦ ਕਰਕੇ ਬਾਬਾ ਬਣ ਕੇ ਬੈਠਾ, ਜੇਬ 'ਚ ਉਹਨੇ ਪਾਇਆ ਹੋਇਆ ਕਿ ਆ ਮੇਰੇ ਸਵੈਲਿੰਗ ਹੈ ਸਿਰ 'ਚ, ਸਵੈਲਿੰਗ ਹੈ ਸਿਰ 'ਚ, ਮੈਂ ਬਿਮਾਰ ਹਾਂ, ਮੇਰੇ ਕੋਲ ਕੁਛ ਨਹੀਂ ਹੈ। ਲੇਕਿਨ ਇਹ 1 ਨੰਬਰ ਦੇ ਕਰਿੰਦੇ ਹੈ। ਇਹਨਾਂ ਤੋਂ ਤੁਸੀਂ ਬਚਾਓ, ਇਹਨਾਂ ਤੋਂ ਪਬਲਿਕ ਨੂੰ ਬਚਾਓ, ਇਹਨਾਂ ਤੋਂ ਪ੍ਰਸ਼ਾਸਨ ਦੇ ਅੱਗੇ ਆਵਾਜ਼ ਚੱਕੋ। DC ਸਾਹਿਬ, ਕਮਿਸ਼ਨਰ ਸਾਹਿਬ, ਜਿਹੜੇ ਦੂਜੇ ਕਮਿਸ਼ਨਰ ਸਾਹਿਬ ਹੈ, ਔਰ ਵਿੰਨੀ ਮਹਾਜਨ ਕੋਲ ਆਲਰੇਡੀ ਕੇਸ ਇਹ ਜਾ ਚੁੱਕਾ। ਉਹ ਸਾਰੇ ਬੰਦੇ ਮਿਲ ਕੇ ਆਪਾਂ ਕਰੀਏ।
ਅਸੀਂ ਕਿਸੇ ਦੀ ਐਮਐਲਏ ਦੀ ਧੋਸ ਨਹੀਂ ਸਹਿਣੀ। ਜਿਹੜਾ ਮਰਜ਼ੀ ਐਮਐਲਏ ਆ ਜਾਵੇ ਕਿ ਇਹਨੂੰ ਬਚਾਣਾ। ਲੱਗਦਾ ਕਿ ਐਮਐਲਏ ਵੀ ਇਨਵੋਲਵ ਹਾਂ ਨੇ। ਹਾਂ ਜੀ, ਪੱਕਾ ਇਨਵੋਲਵ ਹੈ ਜੀ। ਐਮਐਲਏ ਸਾਹਿਬ ਵੀ ਇਨਵੋਲਵ ਨੇ। ਕਿਹੜੇ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਆਪ ਹੀ ਸਮਝ ਜਾਊਗੇ। ਐਮਐਲਏ ਸਾਹਿਬ ਨੂੰ ਮੈਂ ਇਹ ਕਹਿਣਾ, ਮੈਂ ਹੋਰਾਂ ਅਫਸਰਾਂ ਨੂੰ ਵੀ ਇਹ ਕਹਿਣਾ ਕਿ ਇਹਨੂੰ ਬਚਾਓ। ਅਨਆਥੋਰਾਈਜ਼ ਕੱਟਣ ਦਿਓ, ਕੋਈ ਪਰਵਾਹ ਨਹੀਂ, ਆਪਣੀ ਜੇਬ ਭਰੋ, ਇਹਨੂੰ ਕੱਟਣ ਦਿਓ। ਬਟ ਜਦੋਂ 80 ਮਰਲੇ ਹੈ, 1000 ਮਰਲਾ ਕਿੱਦਾਂ ਵਿਕ ਗਿਆ, ਇਹਦਾ ਜਵਾਬ ਦੇਣ ਕਿ ਉਹ ਐਮਐਲਏ ਜਾਂ ਕੋਈ ਹੋਰ ਬੰਦਾ ਆ ਕੇ ਉਹਨੂੰ ਬਚਾ ਸਕਦਾ? ਨਹੀਂ ਬਚਾ ਸਕਦਾ। ਆ ਰਜਿਸਟਰੀਆਂ ਇਹਦਾ ਗਵਾਹ, ਅਟਾਰਨੀ ਉਹਦੀ ਗਵਾਹ, ਇਹ ਸਾਰੇ ਕਾਗਜ਼, ਆ 4 ਕਨਾਲ ਦੀ ਰਜਿਸਟਰੀ ਕਰਾਈ ਹੈ, ਇਹ ਕਿੱਦਾਂ ਵਿਕ ਗਈ? ਇਹ ਕਿੱਦਾਂ ਵਿਕ ਗਈ? 1000 ਮਰਲਾ, ਦੁਕਾਨਾਂ 40-40 ਲੱਖ ਦੀਆਂ। ਮੈਂ ਇਨਕਮ ਟੈਕਸ ਵਾਲਿਆਂ ਨੂੰ ਵੀ ਕਹਿਣਾ, ਆ ਕੇ ਇੱਥੇ ਸਰਵੇ ਕਰੋ, ਦੇਖੋ ਕਿ ਕਰੋੜਾਂ ਰੁਪਈਆ ਕਮਾਇਆ, ਲੇਕਿਨ ਇਨਕਮ ਟੈਕਸ ਦੇ ਵਿੱਚ ਦਿਖਾਇਆ 50,000 ਰੁਪਏ ਮਰਲਾ, ਵੇਚ ਰਹੇ 4 ਲੱਖ 3.5 ਲੱਖ ਰੁਪਏ ਮਰਲਾ, 40 ਲੱਖ ਦੀਆਂ ਦੁਕਾਨਾਂ, ਕੋਈ ਪੁੱਛਣ ਵਾਲਾ ਨਹੀਂ। ਹਰ ਬੈਂਕ ਨਾਲ ਫਰਾਡ, 3-3 ਬੈਂਕਾਂ ਦਾ ਲੋਨ। ਮੋਦੀ ਰਿਜ਼ੋਰਟਸ ਤੇ ਚਲ ਜਾਓ, 3-3 ਬੰਦਿਆਂ ਦੇ ਲੋਨ ਹੈ ਇੱਕੋ ਹੀ ਬੈਂਕ ਤੇ। ਰੈਲੀ ਗੀਅਰ ਕੰਪਨੀ, ਪੰਜਾਬ ਐਂਡ ਸਿੰਧ ਬੈਂਕ, ਦੂਜਾ ਬੈਂਕ, ਇੱਕੋ ਹੀ ਰਜਿਸਟਰੀਆਂ ਜ਼ਿਆਦਾ, ਉਹਨਾਂ ਨੂੰ ਘੁਮਾ ਕੇ ਅੱਗੇ ਰੱਖ ਦਿੰਦੇ ਆ, ਨਕਸ਼ੇ ਕਿਤੇ ਤੇ ਸਾਈਨ ਮਾਰਤੇ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਨਟਵਰ ਖਾਨ ਦੇ, ਤੁਸੀਂ ਸੁਣਿਆ ਹੋਣਾ ਨਟਵਰ ਖਾਨ, ਇਹ ਉਹਦੇ ਬਾਬੇ ਪਰਬਾਬਿਆਂ ਦੇ ਪਰਬਾਬੇ ਨੇ। ਇਹ ਇੰਨੇ ਤੇਜ਼ ਨੇ, ਇੰਨੇ ਚਤਰ ਨੇ, ਇੰਨੇ ਚੁਸਤ ਨੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਦੁਨੀਆ ਦੀ, ਕਿਸੇ ਦੀ ਪਰਵਾਹ ਨਹੀਂ। ਅੱਜ ਸਵੇਰ ਦੇ ਭੱਜੇ ਫਿਰਦੇ ਆ। ਬਟ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਦੈਨਿਕ ਸਵੇਰਾ ਨਾਲ ਖੜਾ ਰਹੂੰਗਾ। ਪੂਰੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ, ਉਹਨਾਂ ਦੇ ਖਿਲਾਫ ਵੀ, ਹਰ ਇੱਕ ਦੇ ਖਿਲਾਫ ਅਸੀਂ ਬੁਲੰਦ ਕਰਾਂਗੇ ਆਵਾਜ਼। ਔਰ ਲੋਕਾਂ ਨੂੰ, ਜਿੰਨੇ ਵੀ ਇਸ ਇਲਾਕੇ 'ਚ ਲੋਕ ਬਸੇ ਹੈ, ਉਹਨਾਂ ਨੂੰ ਇਨਸਾਫ ਦਿਲਾਵਾਂਗੇ। ਉਹਨਾਂ ਦੀ ਇੱਕ ਰਜਿਸਟਰੀ ਜਿਹੜੀ ਕਿ ਨਕਲੀ ਹੈ, ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਨੂੰ ਸਿਰਫ ਇੰਨਾ ਪਤਾ ਕਿ ਪੱਪੀ ਨੇ ਤੇ ਕਰਨ ਗੁਪਤੇ ਨੇ ਸਾਨੂੰ ਪਲਾਟ ਦੀ ਨਿਸ਼ਾਨਦੇਹੀ ਦੇਤੀ, ਸਾਡਾ ਹੋ ਗਿਆ। ਪਰ ਅੰਦਰ ਕੀ ਹੈ? ਅੰਦਰ ਨੰਬਰ ਨਹੀਂ ਹੈ ਇੱਥੇ ਦੇ, ਨੰਬਰ ਉਧਰ ਦੇ ਹੈ। ਉਧਰ ਲਓ ਨਾ ਜਾ ਕੇ, ਇਹ ਜੱਟ ਦੇ ਹੈ, ਜੱਟ ਦੇ ਨੰਬਰ ਉਹ ਲਏਗਾ, ਉਹ ਛੱਡੇਗਾ ਨਹੀਂ। ਬਲਡੋਜ਼ਰ ਚਲਵਾਏਗਾ, ਖਾਲੀ ਕਰਾਏਗਾ, ਇੱਕ ਘਰ ਕਰਨਾ ਪਏਗਾ। ਦੇਣਦਾਰ ਹੋਏਗਾ ਪੱਪੀ, ਭੀਮਜੀ ਪੈਲੇਸ ਵਾਲਾ, ਕਰਨ ਗੁਪਤਾ, ਉਹਦੇ ਬੰਦੇ, ਇਹ ਦੇਣਦਾਰ ਹੋਣਗੇ ਨਾ ਲੋਕਾਂ ਦੇ। ਜੇ ਮੇਰੀ ਗੱਲ ਮੰਨਦੇ ਹੋ, ਇਹ 100% ਹੈ, ਸਬੂਤਾਂ ਤੋਂ ਬਿਨਾਂ ਕੁਛ ਨਹੀਂ। ਇਹ ਸਬੂਤ ਹੈ। ਅੱਜ ਇਹ ਦੈਨਿਕ ਸਵੇਰਾ 'ਚ ਖਬਰ ਲੱਗੀ ਹੈ, ਆ ਦੇਖੋ, ਇਹਦੇ ਵਿੱਚ ਆ ਫੋਟੋ ਹੈ ਦੋਨਾਂ ਦੀ। ਇੱਕ ਫੋਟੋ ਹੈ ਜਲੰਧਰ ਦੀ, ਇਹਦੇ ਵਿੱਚ ਫੋਟੋ ਲੱਗੀ ਗਈ ਹੈ, ਉਹਦੇ ਵਿੱਚ ਲਿਖਿਆ ਗਿਆ ਕਿ ਬੰਦੇ ਦੇ ਨਾਲ ਮਿਲੇ ਹੈ। ਸਾਰੇ ਬਿਲਡਿੰਗ ਡਿਪਾਰਟਮੈਂਟ ਨੇ ਚੱਕਿਆ ਕੇਸ, ਬਟ ਇਹਨਾਂ ਬੰਦਿਆਂ ਨੂੰ, ਭੀਮਜੀ ਪੈਲੇਸ ਵਾਲਿਆਂ ਨੂੰ, ਸਿਰਫ ਪੈਸੇ ਨਾਲ ਮਤਲਬ ਹੈ, ਪਬਲਿਕ ਨਾਲ ਕੋਈ ਮਤਲਬ ਲੈਣਾ ਦੇਣਾ ਨਹੀਂ। ਮੈਂ ਬਹੁਤ ਖੁਲਾਸੇ ਕਰਨੇ ਆ, ਅੱਜ ਇਹ ਖੁਲਾਸਾ ਕਰ ਰਹੇ ਹਾਂ। ਕੋਈ ਹੈ ਪੁੱਛਣ ਵਾਲਾ? 20 ਕਲੋਨੀਆਂ ਚੱਲ ਰਹੀਆਂ ਮੌਕੇ ਤੇ, ਕੋਈ ਪੁੱਛਦਾ ਨਹੀਂ। ਰਜਿਸਟਰੀਆਂ ਬਿਨਾਂ ਐਨਓਸੀ ਤੋਂ ਚੱਲ ਰਹੀਆਂ, ਜਿਹੜੀਆਂ ਪੁਰਾਣੀਆਂ ਕਿਤੇ ਕੋਈ ਜਮ੍ਹਾਂ ਵੀ ਕਰਾਈਆਂ ਸੀ ਕਾਲੋਨੀਜ਼, ਉਹਦੇ ਅੰਦਰ ਨਵੇਂ ਨਕਸ਼ੇ ਜੋੜ ਦਿੱਤੇ ਗਏ ਬੰਦਿਆਂ ਨਾਲ ਮਿਲ ਕੇ। ਜਦੋਂ ਬੰਦਿਆਂ ਨਾਲ ਮਿਲ ਜਾਂਦੇ ਹੈ, ਜਦੋਂ ਸਰਕਾਰੀ ਬੰਦੇ ਮਿਲ ਵਿੱਚ ਪਾਤੇ, ਉਹਦੇ ਨਾਲ ਪਾਸ ਤਾਂ ਨਹੀਂ ਹੋ ਗਈ, ਪਾਸ ਨਹੀਂ ਹੋ ਗਈ। ਉਹ ਪਾਸ ਹੋ ਗਈ ਤਾਂ ਕਾਗਜ਼ ਕਿੱਥੇ ਹੈ? 80 ਮਰਲੇ। ਰਾਜੇਸ਼ ਅਗਰਵਾਲ ਜੀ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਇਹ ਮੰਨ ਲੈਨੇ ਆਪਾਂ ਤੁਹਾਡੀ ਕਿ ਇਹਨਾਂ ਨੇ ਫਰਾਡ ਕੀਤਾ, ਜਿਹੜਾ ਐਨਆਰਆਈ ਵੀਰ ਨੇ ਉਹਨਾਂ ਦੇ ਨਾਲ ਠੱਗੀ ਕੀਤੀ, ਐਨਆਰਆਈ ਵੀਰ ਨੇ ਤੁਹਾਡੇ ਤੱਕ ਪਹੁੰਚ ਕੀਤੀ। ਸਵਾਲ ਇਹ ਹੈ ਕਿ ਰਾਜੇਸ਼ ਅਗਰਵਾਲ ਦਾ ਇਹਦੇ 'ਚ ਕੋਈ ਫਾਇਦਾ ਤਾਂ ਨਹੀਂ? ਮੇਰਾ ਕੋਈ ਫਾਇਦਾ ਨਹੀਂ। ਮੇਰਾ ਪਬਲਿਕ ਦਾ ਇੰਟਰਸਟ ਹੈ। ਇਨ ਪਬਲਿਕ ਇੰਟਰਸਟ ਵਿੱਚ ਮੈਂ ਕੰਮ ਚੱਕਿਆ, ਠੀਕ ਹੈ। ਮੈਂ ਤਾਂ ਆਪਣਾ ਕਹਿੰਦਾ ਹੀ ਨਹੀਂ, ਮੈਂ ਆਪਣੀ ਲੜਾਈ ਆਪ ਲੜ ਲੂੰਗਾ। ਇਹ ਸਿਰਫ ਮੇਰੇ ਭਰਾ ਨੇ, ਟੁੱਟ ਭਰਾ ਮੇਰੇ ਘਰ ਆਉਂਦੇ ਅਮਰੀਕਾ 'ਚ, ਠੀਕ ਹੈ, ਉਹ ਰੋ ਰਹੇ ਹੈ, ਬਿਖਲਾ ਰਹੇ ਹੈ। ਮੈਨੂੰ ਵੀ ਰੋਣਾ ਆ ਗਿਆ ਯਾਰ। ਮੈਂ ਕਿਹਾ ਇੱਦਾਂ ਦਾ ਕੰਮ, ਇੱਦਾਂ ਤਾਂ ਬੜੇ ਫੋਨ, ਇਹਨੂੰ 1 ਮਹੀਨੇ ਦਾ ਟਾਈਮ ਦਿੱਤਾ ਕਿ ਤੂੰ ਮੰਨ ਜਾ, ਪਰ ਇਹ ਨਹੀਂ ਮੰਨਿਆ। ਅੱਜ ਫੋਨ ਕਰ ਰਿਹਾ, ਮੈਂ ਭਾਜੀ 50-50 ਲੱਖ ਰੁਪਇਆ ਕਰਕੇ ਤੁਹਾਨੂੰ ਦੇ ਦੂੰਗਾ। ਉਹ ਭਰਾਵਾ, ਅਸੀਂ ਤਾਂ ਲੈਣਾ ਤੇਰੇ ਕੋਲ 25 ਕਰੋੜ, ਤੂੰ ਕਿੱਦਾਂ ਦੇ ਦੇਂਗਾ? ਵੀ ਅਸੀਂ ਸਾਰੀ ਉਮਰ ਤੇਰੇ ਨਾਲ ਇੱਥੇ ਲੱਗੇ ਰਹੀਏ ਕਿ ਤੂੰ ਲੋਕਾਂ ਨੂੰ ਪਲਾਟ ਵੇਚ ਆਪਣਾ ਘਰ ਭਰੇ, ਲੋਕਾਂ ਦੀ ਅਸੀਂ ਤੈਸੀ ਫੇਰੇ? ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਮੈਂ ਤੁਹਾਡਾ ਹਮੇਸ਼ਾ ਸਾਥ ਦਊਂਗਾ, ਮੈਂ ਲੋਕਾਂ ਦਾ ਸਾਥ ਦਊਂਗਾ, ਇਸ ਪੂਰੇ ਇਲਾਕੇ ਦਾ। ਮੈਂ ਇੱਥੇ ਦਾ ਜੰਮਪਲ ਹੈ, ਕੈਂਟ ਦਾ, ਮੇਰਾ ਯਾਰ ਹੈ। ਮੈਂ ਇਹਨੂੰ ਬਚਾਇਆ, ਜ਼ਹਿਰ ਮੰਗਦਾ ਸੀ, ਇਹਨੂੰ ਪੈਸੇ ਦਿੱਤੇ, ਬਟ ਇਹਨੂੰ ਕੋਈ ਅਸਰ ਨਹੀਂ ਹੈ। ਮੇਰੀ ਭਤੀਜੀ ਮੈਰਿਡ ਹੈ, ਮੈਂ ਫੇਰ ਕਹਿੰਦਾ ਮੇਰਾ ਰਿਸ਼ਤੇਦਾਰ ਹੈ, ਬਟ ਇੱਦਾਂ ਦਾ ਰਿਸ਼ਤੇਦਾਰ ਕਦੀ ਕਿਸੇ ਨੂੰ ਨਾ ਬਣਾਓ, ਇੱਦਾਂ ਦੀ ਦੋਸਤੀ ਕਦੀ ਕਿਸੇ ਨਾਲ ਨਾ ਕਰਾਓ। ਜਿਹੜੇ ਠੱਗ ਨੇ, ਉਹ ਇੱਕ ਠੱਗੀ ਨਹੀਂ, ਲੋਕੀ ਚੈੱਕ ਲੈ ਕੇ ਘੁੰਮ ਰਹੇ ਹੈ, ਲੋਕਾਂ ਨੂੰ ਚੈੱਕ ਕੱਟ ਕੇ ਦੇਤੇ, ਵਿਆਜ ਤੇ ਪੈਸਾ ਚੱਕ ਲਿਆ, ਕਰੋੜ ਕਹਿੰਦਾ ਲੈ ਲਿਆ। ਮੈਂ ਕਿਹਾ ਕੀ ਕਰ ਰਹੇ ਆ? 7%, ਵੀ ਤੇਰਾ ਤਾਂ 2 ਸਾਲਾਂ 'ਚ ਹੀ ਡਬਲ ਹੋ ਜਾਣਾ। ਉਹ ਕਹਿੰਦਾ 7 ਹੀ ਦਿੱਤਾ ਨਾ, 93 ਆਪਣਾ ਹੋ ਗਿਆ, ਮੁੜ ਕੇ ਦੇਣੀ ਨਹੀਂ ਕਿਸ਼ਤ, ਰੋਂਦਾ ਰਹੂਗਾ। ਇੱਦਾਂ ਦੇ ਬੜੇ ਕੈਂਟ ਦੇ ਬੰਦੇ ਆ ਭਾਜੀ, ਕਈ ਮਰ ਚੁੱਕੇ।
ਕਈ ਗਵਾਚ ਚੁੱਕੇ, ਬਟ ਇਹਨਾਂ ਬੰਦਿਆਂ ਤੇ ਕੋਈ ਅਸਰ ਨਹੀਂ ਹੈ। ਮੈਂ ਉਹ ਬੰਦਿਆਂ ਦੀ ਲਿਸਟ ਵੀ ਦਊਂਗਾ ਜਿਹੜੇ ਇਹਨਾਂ ਦੇ ਕਾਰਨ ਮਰ ਗਏ। ਚੱਕ ਕੇ ਮਾਰਦੇ ਸਕੋਡਾ ਦੇ ਪਿੱਛੇ, ਉੱਥੇ ਆਪਣਾ ਉੱਥੇ ਜ਼ਮੀਨ ਇਹਨਾਂ ਦੀ, ਉੱਥੇ ਕੁਝ ਨਹੀਂ ਬਚਿਆ। ਉਹ ਦੁਬਾਰਾ ਸਾਲੇ ਫੌਜੀ ਬਿਠਾਤੇ ਕਿ ਜੀ ਅਸੀਂ ਲੱਖ ਰੁਪਇਆ ਬੰਦਿਆਂ ਨੂੰ ਫੋਨ ਕੀਤਾ, 4 ਲੱਖ 'ਚ ਵੇਚੀ ਹੈ। ਲੱਖ 'ਚ ਮੈਨੇ ਲੈ ਲਈ ਭਾਈ ਜੀ, ਲੱਖ ਮੈਂ ਲੈ ਲਈ ਹੈ, ਠੀਕ ਹੈ। ਉਹਦੇ ਵਿੱਚ ਲਵਲੀ ਕਾਰਨ ਆਪਣੇ ਹੈਗੇ ਆ ਸੈਨੇਟਰੀ ਵਾਲੇ, ਉਹਦੇ ਵਿੱਚ ਹੈਗਾ ਡੱਬੂ ਕੈਂਟ ਦਾ, ਉਹਦੇ ਵਿੱਚ ਹੈਗਾ ਨਰੇਸ਼ ਅਟੈਚੀ ਵਾਲਾ, ਨਰੇਸ਼ ਅਗਰਵਾਲ ਰਿਸ਼ਤੇਦਾਰ ਹੈ। ਲੋਕਾਂ ਦੀਆਂ ਕੋਠੀਆਂ ਤੇ ਲੋਨ, ਜਲੰਧਰ ਦੇ ਨਾਮੀ ਬੰਦਿਆਂ ਦਾ ਤੁਸੀਂ ਨਾਮ ਲੈ ਰਹੇ ਹੋ, ਕਿਤੇ ਇਦਾਂ ਤਾਂ ਨਹੀਂ ਦੁਸ਼ਮਣੀ ਮੁੱਲ ਲੈ ਰਹੇ? ਮੇਰੇ ਭਰਾ ਨੇ, ਹੁਣੀ ਬੁਲਾ ਦਿੰਦਾ 5 ਮਿੰਟਾਂ 'ਚ ਇੱਥੇ ਆ ਜਾਣਗੇ। ਇੱਥੇ ਆ ਕੇ ਉਹ ਆਪਣਾ ਕਹਿਣਗੇ ਕਰ ਰਿਹਾ ਫਰਾਡ। ਮੇਰੇ ਕੋਲ ਚੈੱਕ ਹੈ ਬੜੇ ਬੰਦਿਆਂ ਦੇ। ਉਹ ਬੰਦਾ ਇੱਕ ਮਰਨ ਕਿਨਾਰੇ ਪਿਆ, ਉਹਨੂੰ 15 ਲੱਖ ਦੇ ਚੈੱਕ ਦੇ, ਪਦਮ ਨਾਮ ਹੈ ਉਹਦਾ, ਪਦਮ ਕੁਮਾਰ ਅਗਰਵਾਲ ਕੈਂਟ ਦਾ, ਠੀਕ ਹੈ ਜੀ। ਉਹਦੇ ਸਾਲੇ ਦੇ 15 ਲੱਖ ਰੁਪਈਆ ਉਹਨੂੰ ਚੈੱਕ ਕੱਟ ਕੇ ਬੁੜੇ ਵਾਲੇ ਦੇ ਦਿੱਤੇ। ਪਾਸ ਤਾਂ ਹੋਣੇ ਹੀ ਨਹੀਂ ਕਦੀ। ਵਿਆਜ ਦਾ ਲਾਲਚ, ਹਰ ਇੱਕ ਨੂੰ ਵਿਆਜ ਦਾ ਲਾਲਚ, ਵਿਆਜ ਦੇਣਾ ਨਹੀਂ, ਆਪਣੇ ਘਰ ਭਰਨੇ, ਆਪਣੀ ਐਸ਼ੋ ਆਰਾਮ ਪੂਰੀ ਚੱਲ ਰਹੀ ਹੈ, ਖਾ ਪੀ ਰਹੇ ਹੈ, ਸਭ ਕੁਝ ਕਰ ਰਹੇ ਹੈ, ਬਟ ਪੈਸਾ ਦੇ ਕੇ ਕਿਸੇ ਨੂੰ ਦਵਾਲ ਨਹੀਂ। ਮੈਂ ਪ੍ਰਸ਼ਾਸਨ ਇਹਨੂੰ ਸੀਐਮ ਤੱਕ ਲੈ ਗਿਆ, ਬਿੰਨੀ ਮਹਾਜਨ ਕੋਲ ਵੀ ਚਲਾ ਗਿਆ, ਔਰ ਜਲਦੀ ਇੱਥੇ ਕਾਰਵਾਈ ਹੋਏਗੀ। ਤੁਹਾਡਾ ਦੈਨਿਕ ਸਵੇਰਾ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਮੁਹਿੰਮ ਚਲਾਈ ਹੈ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਮੰਗ ਕਰਦੇ ਇਹਦੀ ਇਨਕੁਆਇਰੀ ਕੀਤੀ ਜਾਵੇ। ਇਹਦੀਆਂ ਸਾਰੀਆਂ ਰਜਿਸਟਰੀਆਂ ਜਿਹੜੀਆਂ ਮੈਂ ਦਿੰਨਾ, ਤੁਸੀਂ ਤਾਂ 1 ਮਿੰਟ 'ਚ ਪਟਵਾਰੀ ਕੋਲ ਕਢਾ ਲੈਣੀ, ਮੈਂ ਤੁਹਾਨੂੰ ਦਿੰਨਾ, ਉੱਤੇ ਦੇਖਿਆ ਜਾਵੇ। 80 ਮਰਲੇ ਦਿੱਤੇ ਹੈ, 1000 ਮਰਲਾ ਵਿਕ ਗਿਆ, ਕਿਉਂ, ਕਿੱਦਾਂ, ਕਿੱਥੋਂ, ਰਜਿਸਟਰੀ ਕਿੱਦਾਂ ਹੋਈ, ਕਿਹਨੇ ਕੀਤੀ, ਕਿਹਨੇ ਲਿਖੀ, ਕਿਹਨੇ ਇੰਤਕਾਲ ਚੜਾਇਆ? ਪਟਵਾਰੀ ਵੀ, ਤਹਿਸੀਲਦਾਰ ਵੀ, ਕਾਨੂੰਗੋ ਵੀ, ਲਿਖਣ ਵਾਲੇ ਵੀ, ਲਿਖਣ ਵਾਲਿਆਂ ਦੀ ਵੀ ਕਹਾਣੀ ਬੜੀ ਹੈ ਵੀ ਆਪਣਾ ਰਜਿਸਟਰ ਤਾਂ ਯੂਜ਼ ਹੀ ਨਹੀਂ ਕਰਦੇ, ਕਿਸੇ ਹੋਰ ਦੇ ਰਜਿਸਟਰ ਤੇ ਚੜਾਉਂਦੇ ਆ। ਪਤਾ ਉਹਨਾਂ ਨੂੰ ਫਸ ਜਾਣਾ। ਇੰਤਕਾਲ ਦੇ ਵਿੱਚ ਨੰਬਰ ਕੋਈ ਬਿਣਗਾ ਦਾ, ਕੋਈ ਕਿਤੇ ਦਾ, ਕੋਈ ਕਿਤੇ ਦਾ, ਵੀ ਇੰਤਕਾਲ ਕਰਾ ਕੇ ਬੰਦੇ ਨੂੰ ਕਿਹਾ ਆ ਲਓ ਜੀ ਸ਼ਰਮਾ ਜੀ ਤੁਹਾਡੀ ਰਜਿਸਟਰੀ, ਅਗਲਾ ਐਂ ਲਾਂਦਾ ਮੱਥੇ ਨੂੰ ਜੈ ਹੋ, ਫਿਰ ਰੱਬ ਨੂੰ ਧਿਆ ਕੇ, ਬਾਬੇ ਨੂੰ ਧਿਆ ਕੇ ਉਹਨਾਂ ਨੇ ਪਤਾ ਨਹੀਂ ਕਿੱਦਾਂ ਕਿੱਦਾਂ ਪੈਸੇ ਜੋੜੇ। ਪੂਰੀ ਜ਼ਿੰਦਗੀ ਦੀ ਪੂੰਜੀ ਇਕੱਠੀ ਕਰਦਾ ਬੰਦਾ, ਇਕੱਠੀ ਕਰਕੇ ਦੇਤੀ। ਰਕੇਸ਼ ਕੁਮਾਰ, ਪੱਪੀ, ਕਰਨ ਗੁਪਤਾ, ਭੀਮ ਜੀ ਪੈਲੇਸ ਵਾਲਾ, ਉਹਨੂੰ ਦੇਤੀ ਤੇ ਉਹ ਖਾ ਗਏ ਸਾਰਾ ਕੁਝ। ਜੱਟ ਨੂੰ ਪੈਸਾ ਨਹੀਂ ਦਿੱਤਾ ਤੇ ਬੰਦੇ ਕਿੱਥੇ ਜਾਣ? ਬੰਦਿਆਂ ਨੂੰ ਪਤਾ ਨਹੀਂ। ਮੈਂ ਕਹਿੰਦਾ ਬੰਦਿਆਂ ਨੂੰ ਉਹ ਇਕੱਠੇ ਹੋ ਕੇ ਇਹਦੇ ਘਰ ਜਾਣ, ਇਹਨੂੰ ਪੁੱਛਣ ਬਈ 10 ਰਜਿਸਟਰੀ ਕਿੱਥੇ ਸਾਡੀ, ਨੰਬਰ 10 ਕਰਾਉਣ ਆਪਣਾ। ਮੈਂ ਕਰਾ ਰਿਹਾ ਇਹਦਾ ਸਰਵੇ, ਇਹਦਾ ਸਾਰਾ ਡੀਸੀ ਸਾਹਿਬ ਨੇ ਕਿਹਾ, ਕਮਿਸ਼ਨਰ ਸਾਹਿਬ ਨੇ, ਉਹ 4 ਕਨਾਲ ਅਲੱਗ ਕੱਢਾਂਗੇ, ਫਿਰ ਬਾਕੀ ਬੰਦਿਆਂ ਨੂੰ ਨੋਟਿਸ ਆਏਗਾ ਹਰ ਇੱਕ ਨੂੰ। ਬੰਦੇ ਪੈ ਗਏ ਪੰਗੇ 'ਚ। ਮੈਂ ਨਹੀਂ ਸੀ ਆਵਾਜ਼ ਚੱਕਣਾ ਚਾਹੁੰਦਾ। ਅੱਜ ਦਸ਼ਮੇਸ਼ ਪ੍ਰਾਪਰਟੀ ਡੀਲਰ ਮੈਨੂੰ ਕਹਿ ਰਿਹਾ ਕਿ ਭਾਜੀ ਪ੍ਰਧਾਨ ਜੀ ਆ ਕੀ ਕਰ ਰਹੇ ਹੋ, ਤੁਸੀਂ ਬੰਦੇ ਮਾਰ ਰਹੇ ਹੋ, ਵੀ ਆਪਾਂ ਬਹਿ ਕੇ ਕਰ ਲੈਣ। ਮੈਂ ਕਿਹਾ ਮੇਰੇ ਨਾਲ ਕੀ ਕਰਨਾ, ਜੱਟ ਦੇ ਪੈਸੇ ਦਵਾ ਦੇ 20 ਕਰੋੜ ਰੁਪਈਆ, ਆਪਾਂ ਹੋ ਗਿਆ ਕੰਮ ਠੀਕ। ਬੰਦੇ ਆਪਣੀ ਥਾਂ, ਮੈਂ ਅਟਾਰਨੀ ਭੇਜ ਦੂੰਗਾ, ਬੰਦਿਆਂ ਨੂੰ ਲਿਖ ਦਿਆਂਗੇ ਕਿ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਰਹੋ। ਪਰ ਤੁਸੀਂ ਸਾਲਿਓ ਧੋਖਾ ਕਰ ਰਹੇ ਆ, ਤੂੰ ਪਲਾਟ ਵੇਚ ਕੇ ਧੋਖਾ ਕਰ ਰਹੇ ਆ, ਤੂੰ ਕਮਾਈ ਕਰਕੇ ਉਹਨੂੰ ਦੇ ਰਹੇ ਆ, ਆਪਣੀ ਜੇਬ 'ਚ ਕਮਿਸ਼ਨ ਪਾ ਰਹੇ ਆ। ਪਰ ਤੂੰ ਬੰਦਿਆਂ ਦਾ ਕੀ ਸੋਚਿਆ, ਸਾਡਾ ਕੀ ਸੋਚਿਆ? ਕੁਛ ਨਹੀਂ। ਬੰਦਿਆਂ ਦਾ ਕੀ ਸੋਚਿਆ? ਜਿਹੜੇ ਬੰਦੇ ਇੱਥੇ ਦੇਖੋ ਛੋਟੇ ਛੋਟੇ ਘਰ ਹੈ, ਛੋਟੇ ਛੋਟੇ ਗਰੀਬ ਬੰਦੇ ਜਾਂ ਅਮੀਰ ਹੋਊਗੇ ਬੰਦੇ, ਉਹਨਾਂ ਨੇ ਆਪਣੀ ਲਾਈ ਤਾਂ ਪੂੰਜੀ ਹੈ ਨਾ ਜੀ। ਡਾਕਾ ਤਾਂ ਨਹੀਂ ਮਾਰਿਆ, ਅਫੀਮ ਤਾਂ ਨਹੀਂ ਵੇਚਦੇ। ਮੈਨੂੰ ਧਮਕੀ ਦੇਈ ਜਾਂਦਾ ਜਾਂ ਮਰ ਜੂੰਗਾ ਜਾਂ ਮਾਰ ਦੂੰਗਾ। ਆ ਜਾ, ਮੈਂ ਤਾਂ ਤਿਆਰ ਹਾਂ। ਆ ਜਿਹੜੇ ਮਰਜ਼ੀ ਮੈਦਾਨ 'ਚ ਆ ਜਾ, ਦੇਖਦੇ ਹਾਂ ਕਿੰਨੇ 20 ਹੁੰਦੇ ਆ। ਦੈਨਿਕ ਸਵੇਰਾ ਦਾ ਬਹੁਤ ਬਹੁਤ ਸ਼ੁਕਰੀਆ, ਔਰ ਦੁਬਾਰਾ ਆਪਾਂ ਇਹਨੂੰ ਚਲਾਈ ਰੱਖਣਾ ਹੈਗਾ, ਠੀਕ ਹੈ। ਮੈਂ ਤੁਹਾਨੂੰ ਹੋਰ ਵੀ ਖੁਲਾਸੇ ਕਰੂੰਗਾ। ਇਹ ਭੇਡ ਚਾਲ ਚੱਲ ਰਹੀ ਹੈ, ਇਹ ਭੇਡ ਚਾਲ 'ਚ ਮੈਨੂੰ ਇੰਨਾ ਪਤਾ ਕੋਈ ਅਫਸਰ ਠੱਗੀ ਥੋੜੀ 'ਚ ਨਹੀਂ ਬਚਾਉਣ ਆ ਸਕਦਾ, ਠੀਕ ਹੈ ਜੀ। ਮੈਂ ਕੇਸ ਵੀ ਫਾਈਲ ਕਰ ਦੇਣਾ, ਇੱਥੋਂ ਨਹੀਂ ਹੋਊ ਹਾਈ ਕੋਰਟ ਤੋਂ ਲਿਆਉਂਗਾ। ਮੈਂ ਠੋਕੂੰਗਾ ਠੋਕੂੰਗਾ ਠੋਕੂੰਗਾ, ਪਿੱਛੇ ਨਹੀਂ ਹਟੂੰਗਾ। ਮੈਂ ਕਦੀ ਸਾਥ ਨਹੀਂ ਛੱਡੂੰਗਾ, ਝੂਠ ਦਾ ਸਾਥ ਨਹੀਂ ਦੂੰਗਾ। ਮੈਂ ਆਪਣੇ ਜੋ ਵੀ ਮੇਰਾ ਇਹਨਾਂ ਹਿਸਾਬ ਹੈ ਉਹ ਅਲੱਗ ਹੈ। ਮੈਂ ਆਪਣੇ ਜੱਟਾਂ ਨੂੰ ਪੈਸੇ ਦਵਾਉਂਗਾ, ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਵਾਉਂਗਾ, ਲੋਕਾਂ ਨਾਲ ਇਨਸਾਫ ਕਰਾਉਂਗਾ, ਉਹਨਾਂ ਦੀਆਂ ਕੋਠੀਆਂ ਇੱਥੇ ਕਾਇਮ ਰਹਿਣ, ਉਹ ਕੰਮ ਕਰਾਉਂਗਾ। ਇਹ ਮੇਰਾ ਵਾਅਦਾ ਤੁਹਾਡੇ ਨਾਲ। ਸ਼ੁਕਰੀਆ ਜੀ ਰਜੇਸ਼ ਜੀ ਗੱਲਬਾਤ ਕਰਨ ਦੇ ਲਈ, ਔਰ ਉਮੀਦ ਤੇ ਆਸ ਅਸੀਂ ਵੀ ਇਹ ਕਰਦੇ ਹਾਂ ਕਿ ਜਿਹੜੀਆਂ ਤੁਸੀਂ ਅੱਜ ਆਵਾਜ਼ ਬੁਲੰਦ ਕੀਤੀ ਹੈ, ਇਸੇ ਆਵਾਜ਼ ਤੇ ਕਾਇਮ ਰਹੋਗੇ। ਕਾਇਮ ਰਵਾਂਗੇ। ਮੈਨੂੰ ਕੋਈ 100 ਕਰੋੜ 'ਚ ਵੀ ਨਹੀਂ ਖਰੀਦ ਸਕਦਾ। ਮੈਨੂੰ ਜੇ ਕੋਈ ਮੈਨੂੰ ਥੱਲਾ ਲਵਾ ਸਕਦਾ ਤੇ ਰੱਬ ਹੈ। ਉਸ ਵਾਹਿਗੁਰੂ ਤੋਂ, ਉਸ ਰੱਬ ਤੋਂ ਮੈਂ ਡਰਦਾ, ਹੋਰ ਕਿਸੇ ਤੋਂ ਮੈਂ ਨਹੀਂ ਡਰਦਾ। ਬਸ ਸ਼ੁਕਰੀਆ ਜੀ। ਮੈਂ ਕੰਮ ਕਰ ਰਿਹਾ ਪਬਲਿਕ ਦੇ ਹਿੱਤ ਦੇ ਵਿੱਚ, ਔਰ ਮੈਂ ਕਰਦਾ ਰਹੂੰਗਾ, ਕਰੂੰਗਾ। ਇਹਨਾਂ ਨੂੰ ਇਨਸਾਫ ਦਿਲਾਉਂਗਾ। ਇਹਨਾਂ ਨੂੰ ਸਮਝ ਆਣੀ ਚਾਹੀਦੀ ਹੈ। ਮੈਂ ਤਾਂ ਬੋਲ ਗਿਆ, ਇਹ ਘਰ ਘਰ ਜਾ ਕੇ ਉਹਦਾ ਪਾੜਨ, ਦਰਵਾਜ਼ਾ ਜਾ ਕੇ ਤੋੜਨ ਗੇਟ ਉਹਦਾ, ਵੀ ਕਿੱਦਾਂ ਬੈਠੇ ਹੋ। ਮੈਂ ਤਾਂ ਕੰਧ ਕਰਨ ਲੱਗਾ, ਥੋੜੇ ਦਿਨਾਂ 'ਚ ਰਸਤਾ ਬੰਦ ਕਰ ਦੇਣਾ ਮੈਂ। ਆਓ ਕਿੱਧਰੋਂ ਆਣਾ, ਆਓ ਉੱਧਰੋਂ ਆਓ, ਘੁੰਮ ਘੁਮਾ ਕੇ। ਉੱਥੋਂ ਰਸਤਾ ਬੰਦ ਹੈ ਹੀ ਨਹੀਂ, ਜ਼ਮੀਨ ਹੀ ਨਹੀਂ ਉਹਦੀ ਤਾਂ ਜ਼ਮੀਨ 4 ਕਨਾਲ ਹੈ ਇੱਧਰ 80 ਮਰਲੇ। ਮੈਂ ਨਾ ਕੰਧ ਕਰਾਵਾਂ, ਮੇਰਾ ਨਾਮ ਰਜੇਸ਼ ਅਗਰਵਾਲ ਨਹੀਂ।
ਮੇਰੀ ਜ਼ਮੀਨ ਹੈ, ਮੈਂ ਕਰੂੰਗਾ ਜੋ ਮਰਜ਼ੀ ਕਰਾਂ, ਮੈਂ ਪੱਟੂੰਗਾ, ਸੜਕਾਂ ਵੀ ਪੱਟੂੰਗਾ, ਸਭ ਕੁਝ ਪੱਟੂੰਗਾ। ਧੋਖਾ ਲੋਕਾਂ ਨਾਲ ਜਿਹੜਾ ਹੋਇਆ ਉਹਦਾ ਇਨਸਾਫ ਦਿਲਾਇਆ ਜਾਊਗਾ। ਸ਼ੁਕਰੀਆ ਜੀ ਗੱਲਬਾਤ ਕਰਨ। ਜੈ ਮਾਤਾ ਦੀ। ਲਗਾਤਾਰ ਅਸੀਂ ਤੁਹਾਡੇ ਨਾਲ ਜਿੱਥੇ ਵੱਖ-ਵੱਖ ਤਰੀਕੇ ਦੀਆਂ ਵੱਖ-ਵੱਖ ਖਬਰਾਂ ਸਿਆਸੀ ਤੌਰ ਤੇ ਸਾਂਝੀਆਂ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਭੂ ਮਾਫੀਆ ਜਿਹੜਾ ਹੈ ਪੰਜਾਬ ਦੇ ਵਿੱਚ ਸਰਗਰਮ ਹੈ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਰਟੀਆਂ NRI ਵੀਰ ਭਰਾਵਾਂ ਦੀਆਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਆਪਣਿਆਂ ਦੇ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ। ਇਹ ਬਹੁਤ ਸਾਰੇ ਭੂ ਮਾਫੀਆ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਸਰਗਰਮੀ ਦਿਖਾਈ ਜਾ ਰਹੀ ਹੈ। ਸਿਆਸੀ ਤੇ ਗੈਰ ਸਿਆਸੀ ਲੋਕ ਵੀ ਤੇ ਨਾਲ ਦੀ ਨਾਲ ਸਰਕਾਰੀ ਤਾਣਾ ਬਾਣਾ ਇਸ ਦੇ ਵਿੱਚ ਜੁੜਿਆ ਹੋਇਆ ਹੈ। ਅੱਜ ਰਾਜੇਸ਼ ਅਗਰਵਾਲ ਦੇ ਵੱਲੋਂ, ਜਲੰਧਰ ਦੇ ਵਾਸੀ ਨੇ ਰਾਜੇਸ਼ ਅਗਰਵਾਲ ਔਰ ਮੰਦਿਰ ਦੇ ਪ੍ਰਧਾਨ ਵੀ ਨੇ, ਉਹਨਾਂ ਦੇ ਵੱਲੋਂ ਇਹ ਚੀਜ਼ ਉਜਾਗਰ ਕੀਤੀ ਗਈ ਹੈ ਕਿ ਕਿਸ ਤਰ੍ਹਾਂ NRI ਭਰਾਵਾਂ ਦੀ 7 ਕਿੱਲੇ ਜ਼ਮੀਨ ਕਿਸ ਤਰ੍ਹਾਂ ਲੋਕਾਂ ਨੂੰ ਵੇਚੀ ਗਈ ਹੈ, ਕਿਸ ਤਰ੍ਹਾਂ ਉਹਦੇ ਉੱਤੇ ਕਬਜ਼ਾ ਕੀਤਾ ਗਿਆ ਹੈ। ਔਰ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਜਿੰਨੀਆਂ ਵੀ ਨਾਜਾਇਜ਼ ਕਲੋਨੀਆਂ ਨੇ ਉਹਦਾ ਖੁਲਾਸਾ ਕਰਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਤੋਂ ਕਿਸੇ ਨਵੀਂ ਕਲੋਨੀ ਦਾ ਖੁਲਾਸਾ ਕਰਨ ਦੇ ਲਈ ਅਸੀਂ ਦੁਬਾਰਾ ਤੋਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਕੈਮਰਾ ਪਰਸਨ ਪਮਨ ਦੇ ਨਾਲ ਮੈਂ ਅਮਰ ਚੰਦ, ਦੈਨਿਕ ਸਵੇਰਾ ਟੀਵੀ ਜਲੰਧਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।